ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਆਦਿ ਸਚ ਜੁਗਾਦ ਸਚ ਹੈ ਵੀ ਸਚ ਨਾਨਕ ਹੋਸੀ ਵੀ ਸਚ। ਗੁਰ ਸਿੱਖ ਮੀਤ ਚਲੋ ਗੁਰ ਚਾਲੀ, ਜੋ ਗੁਰ ਕਹੈ ਸੋਈ ਭਲ ਮਾਨੋ। ਹਰ ਹਰ ਕਥਾ ਨਿਰਾਲੀ, ਸਭ ਤੇ ਊਤਮ ਹਰ ਕੀ ਕਥਾ। ਨਾਮ ਸੁਨਤ ਦਰਦ ਦੁਖ ਲਥਾ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਰਠ ਮਹੱਲਾ ਪੰਜਵਾਂ। ਹਿਰਦੈ ਨਾਮ ਵਸਾਇਓ, ਘਰ ਬੈਠੇ ਗੁਰੂ ਧਿਆਇਓ। ਗੁਰ ਪੂਰੈ ਸਚ ਕਹਿਆ, ਸੋ ਸੁਖ ਸਾਚਾ ਲਹਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਜੁਗੋ ਜੋਗ ਅਟਲ ਚਵਰ ਛਤਰ ਤਖਤ ਦੇ ਮਾਲਕ। ਹਾਜ਼ਰਾ ਹਜ਼ੂਰ ਜਾਰਾ ਜਹੂਰ, ਸਰਵ ਕਲਾ ਭਰਪੂਰ। ਸ਼ਬਦ ਗੁਰੂ ਗੁਰੂ ਗਰੀਬ ਨਵਾਜ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਾਵਨ ਚਰਨਾਂ ਕਮਲਾਂ ਵਿਖੇ ਹਾਜ਼ਰੀਆਂ ਭਰ ਰਹੇ ਗੁਰਮੁਖ ਪਿਆਰੇ ਸਤਸੰਗੀ ਜਨੋਂ, ਗੁਰੂ ਪਾਤਸ਼ਾਹ ਜੀ ਨੇ ਬਖਸ਼ਿਸ਼ ਕੀਤੀ ਹੈ। ਸਤ ਸੰਗਤ ਦਾ ਅਮੋਲਕ ਸਮਾਂ ਬਖਸ਼ਿਸ਼ ਕੀਤਾ ਹੈ। ਇਸ ਪਾਵਨ ਸਥਾਨ ਤੇ ਗੁਰਬਾਣੀ ਦੀ ਜੋ ਪਾਵਨ ਕਥਾ ਲੜੀਵਾਰ ਆਪਾਂ ਨੂੰ ਪ੍ਰਾਪਤ ਹੋ ਰਹੀ ਹੈ, ਤਿਸ ਦੇ ਤਹਿਤ ਸੋਠ ਰਾਗ ਦੇ ਵਿੱਚ ਇਸ ਸਮੇਂ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਪਾਵਨ ਬਾਣੀ ਦੀ ਵਿਚਾਰ ਨਾਲ ਜੁੜਨ ਦਾ ਸੁਭਾਗ ਪ੍ਰਾਪਤ ਹੋ ਰਿਹਾ ਹੈ। ਸੋਰਠ ਰਾਗਣੀ ਹੈ, ਇਸਤਰੀ ਸੁਭਾਅ ਹੈ ਇਹਦਾ। ਰਾਗ ਮਾਲਾ ਦੇ ਵਿੱਚ ਇਹਨੂੰ ਮੇਘ ਰਾਗ ਦੀ ਘਰ ਵਾਲੀ ਲਿਖਿਆ ਹੈ। ਸਾਹਿਬ ਸੱਚੇ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਇੱਥੇ ਜੋ ਬਖਸ਼ਿਸ਼ ਕਰ ਰਹੇ ਹਨ, ਜਿੰਨੇ ਵੀ ਸ਼ਬਦ ਆਉਣੇ ਹਨ ਉਹਨਾਂ ਨੂੰ ਸੁਰ ਤਾਲ ਦੇ ਅਨੁਸਾਰ ਤੀਜੇ ਘਰ ਵਿੱਚ ਗਾਉਣ ਦਾ ਹੁਕਮ ਹੈ। ਔਰ ਇੱਥੇ ਸਾਰੇ ਸ਼ਬਦ ਚੌਪਦੇ ਭਾਵ 4 ਪੌੜੀਆਂ ਵਾਲੇ ਆਉਣੇ ਹਨ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਜੋ ਬਖਸ਼ਿਸ਼ ਕਰ ਰਹੇ ਹਨ, ਆਪਾਂ ਵੇਖਦੇ ਹਾਂ ਧਰਮ ਦੀ ਦੁਨੀਆ ਵਿੱਚ ਦੋ ਤਰ੍ਹਾਂ ਦੇ ਲੋਕ ਹਨ। ਇੱਕ ਤਾਂ ਉਹ ਲੋਕ ਜਿਨ੍ਹਾਂ ਨੂੰ ਧਰਮ ਦੀ ਸਮਝ ਨਹੀਂ ਹੈ ਪਰ ਧਰਮ ਦੇ ਕਰਮ ਕਰ ਰਹੇ ਹਨ। ਦੂਸਰੇ ਉਹ ਲੋਕ ਜਿਨ੍ਹਾਂ ਨੂੰ ਧਰਮ ਦੀ ਸਮਝ ਹੈ ਤੇ ਉਹ ਉਸ ਸਮਝ ਦੇ ਮੁਤਾਬਕ ਚੱਲ ਕੇ ਆਪਣੇ ਜੀਵਨ ਦੇ ਵਿੱਚ ਸਫਲ ਹੁੰਦੇ ਨੇ, ਲਾਹਾ ਪ੍ਰਾਪਤ ਕਰਦੇ ਨੇ, ਪੂਰਨ ਧਰਮੀ ਹੁੰਦੇ ਨੇ, ਨਾਮ ਜਪ ਕੇ ਵਾਹਿਗੁਰੂ ਵਿੱਚ ਅਭੇਦ ਹੁੰਦੇ ਨੇ। ਜੋ ਧਰਮ ਦੇ ਕਰਮ ਤਾਂ ਕਰ ਰਹੇ ਹਨ ਪਰ ਧਰਮ ਦੀ ਸਮਝ ਨਹੀਂ ਹੈ, ਇਸ ਕਰਕੇ ਉਹ ਖਾਲੀ ਰਹਿ ਜਾਂਦੇ ਹਨ। ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਬਾਣੀ ਸਾਰੀ ਮਨੁੱਖਤਾ ਨੂੰ ਇਹ ਉਪਦੇਸ਼ ਬਖਸ਼ਦੀ ਹੈ ਕਿ ਭਾਈ ਸਾਰੇ ਹੀ ਵਾਹਿਗੁਰੂ ਦੀ ਬੰਦਗੀ ਕਰੋ,
ਤੇ ਵਾਹਿਗੁਰੂ ਦੀ ਬੰਦਗੀ ਕਰਨ ਦਾ ਤਰੀਕਾ ਸਾਰਿਆਂ ਨੂੰ ਬੜਾ ਹੀ ਸੌਖਾ ਦੱਸਿਆ ਹੈ ਕਿ ਆਪਣੇ ਪਰਿਵਾਰ ਵਿੱਚ ਰਹਿੰਦਿਆਂ ਕਿਰਤ ਵਿਰਤ ਕਰਦਿਆਂ ਹੋਇਆਂ ਗੁਰੂ ਦੇ ਮਾਰਗ ਤੇ ਚੱਲ ਕੇ ਨਾਮ ਜਪੋ ਤੇ ਆਪਣੇ ਜੀਵਨ ਨੂੰ ਸਫਲ ਬਣਾਓ। ਪਰ ਆਪਾਂ ਵੇਖਦੇ ਹਾਂ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਆਮਦ ਤੋਂ ਪਹਿਲਾਂ ਵੀ ਸੰਸਾਰ ਵਿੱਚ ਧਰਮ ਦੇ ਨਾਂ ਤੇ ਬੜਾ ਪਖੰਡ ਕਰਮਕਾਂਡ ਚੱਲਦਾ ਸੀ ਔਰ ਅੱਜ ਵੀ ਚੱਲਦਾ ਹੈ। ਸ੍ਰੀ ਜਪਜੀ ਸਾਹਿਬ ਦੇ ਆਰੰਭ ਦੇ ਵਿੱਚ ਹੀ ਸਤਿਗੁਰੂ ਗੁਰੂ ਨਾਨਕ ਦੇਵ ਜੀ ਮਹਾਰਾਜ ਬਖਸ਼ਿਸ਼ ਕਰਦੇ ਨੇ। ਸਤਿਗੁਰੂ ਜੀ ਦੇ ਆਉਣ ਤੋਂ ਪਹਿਲਾਂ ਵੀ ਇਹ 4 ਤਰੀਕੇ 4 ਤਰ੍ਹਾਂ ਦੇ ਕਰਮ ਧਰਮ ਦੇ ਵਿੱਚ ਪ੍ਰਚਲਿਤ ਸਨ ਤੇ ਉਹ ਲੋਕ ਉਹ ਕਰਮ ਕਰਕੇ ਆਪਣੇ ਆਪ ਨੂੰ ਧਰਮੀ ਮੰਨੀ ਬੈਠੇ ਸਨ। ਸਤਿਗੁਰੂ ਜੀ ਕਹਿੰਦੇ ਭਾਈ ਇੱਦਾਂ ਧਰਮ ਪ੍ਰਾਪਤ ਨਹੀਂ ਹੁੰਦਾ। ਸਤਿਗੁਰੂ ਜੀ ਦੇ ਆਪਾਂ ਉਹ ਬਚਨ ਪੜ੍ਹਦੇ ਹਾਂ, ਸੋਚੈ ਸੋਚ ਨਾ ਹੋਵਈ ਜੇ ਸੋਚੀ ਲੱਖ ਵਾਰ। ਸੋਚ ਦਾ ਭਾਵ ਹੈ ਉੱਥੇ ਪਵਿੱਤਰਤਾ, ਇਸ਼ਨਾਨ ਕਰਨਾ। ਬਹੁਤ ਲੋਕਾਂ ਨੇ ਇਹ ਧਰਮ ਮੰਨਿਆ ਹੈ ਕਿ ਤੀਰਥਾਂ 'ਤੇ ਯਾਤਰਾ ਕਰਨੀ, ਇਸ਼ਨਾਨ ਆਦਿ ਕਰਨਾ। ਤੀਰਥਾਂ 'ਤੇ ਜਾਣਾ ਚਾਹੀਦਾ ਹੈ, ਦਰਸ਼ਨ ਪਰਸ਼ਨ ਕਰਨੇ ਚਾਹੀਦੇ ਨੇ, ਪਰ ਜੇ ਆਪਾਂ ਸੋਚੀਏ ਵੀ ਉਹੀ ਧਰਮ ਹੈ ਤਾਂ ਮਹਾਰਾਜ ਕਹਿੰਦੇ ਭਾਵੇਂ ਜਿੰਨੇ ਮਰਜ਼ੀ ਤੀਰਥਾਂ 'ਤੇ ਇਸ਼ਨਾਨ ਕਰ ਲਵੋ, ਜੇ ਤੁਸੀਂ ਉਸ ਆਤਮਕ ਪਦਵੀ ਨੂੰ ਨਹੀਂ ਪ੍ਰਾਪਤ ਕਰ ਸਕਦੇ ਜੋ ਸ਼ਬਦ ਦੀ ਕਮਾਈ ਨਾਲ ਮਿਲਣੀ ਹੈ। ਸੋਚੈ ਸੋਚ ਨਾ ਹੋਵਈ ਜੇ ਸੋਚੀ ਲੱਖ ਵਾਰ। ਦੂਸਰਾ ਤਰੀਕਾ ਸੀ, ਪਹਿਲਾ ਤਰੀਕਾ ਇਹ ਪਹਿਲੇ ਤਰੀਕੇ ਵਾਲੇ ਇਹ ਲੋਕ ਜਿਹੜੇ ਤੀਰਥਾਂ 'ਤੇ ਇਸ਼ਨਾਨ ਕਰਨ ਜਾਂਦੇ, ਅੱਜ ਵੀ ਜਾਂਦੇ ਨੇ ਲੋਕ, ਜਿਹੋ ਜੇ ਗਏ ਉਵੇਂ ਜੇ ਵਾਪਸ ਮੁੜ ਆਏ। ਪ੍ਰਾਪਤ ਕੁਝ ਵੀ ਨਹੀਂ ਕੀਤਾ, ਸਿੱਖਿਆ ਕੁਝ ਵੀ ਨਹੀਂ ਹੈ। ਬਲਕਿ ਆਪਾਂ ਵੇਖਦੇ ਹਾਂ ਵੱਡੇ ਵੱਡੇ ਤੀਰਥਾਂ 'ਤੇ ਕਈ ਬਹੁਤ ਵੱਡੇ ਹਾਦਸੇ ਹੋ ਜਾਂਦੇ ਨੇ, ਲੋਕਾਂ ਦੀਆਂ ਜਾਨਾਂ ਚਲੀਆਂ ਜਾਂਦੀਆਂ ਨੇ, ਕਿਉਂਕਿ ਉੱਥੇ ਲੋਕ ਕੋਈ ਸਿੱਖਿਆ ਲੈਣ ਵਾਸਤੇ ਨਹੀਂ ਗਏ, ਬਹੁਤੇ ਹੁੱਲੜਬਾਜ਼ੀ ਵਾਸਤੇ ਜਾਂਦੇ ਨੇ ਤੇ ਉਹਨਾਂ ਦੀ ਗਲਤੀ ਕਰਕੇ ਕਈਆਂ ਹੋਰਾਂ ਦੀ ਜਾਨ ਚਲੀ ਜਾਂਦੀ ਹੈ, ਕਈਆਂ ਹੋਰਾਂ ਨੂੰ ਖਮਿਆਜਾ ਭੁਗਤਣਾ ਪੈ ਜਾਂਦਾ ਹੈ। ਮਹਾਰਾਜ ਕਹਿੰਦੇ ਤੀਰਥਾਂ 'ਤੇ ਇਸ਼ਨਾਨ ਕਰਨ ਨਾਲ ਵੀ ਗੱਲ ਨਹੀਂ ਬਣੇਗੀ। ਦੂਸਰਾ ਤਰੀਕਾ ਸੀ ਦੁਨੀਆ ਤੋਂ ਪਾਸਾ ਵੱਟ ਲਓ, ਦੁਨੀਆ ਦੀ ਕੋਈ ਗੱਲ ਕਰਨੀ ਹੀ ਨਹੀਂ ਹੈ, ਬਿਲਕੁਲ ਚੁੱਪ ਹੋ ਜਾਵੋ ਤੇ ਤੁਹਾਡਾ ਮਨ ਵੀ ਚੁੱਪ ਹੋ ਜਾਵੇਗਾ ਇੱਕ ਦਿਨ। ਮਹਾਰਾਜ ਕਹਿੰਦੇ ਇੱਦਾਂ ਵੀ ਨਹੀਂ, ਚੁੱਪੈ ਚੁੱਪ ਨਾ ਹੋਵਈ ਜੇ ਲਾਏ ਰਹਾ ਲਿਵ ਤਾਰ। ਉਹ ਕਹਿੰਦੇ ਕਿਸੇ ਬਲਦੀ ਹੋਈ ਜੋਤ ਵਿੱਚ ਨਿਗਾਹ ਲਾ ਕੇ ਰੱਖੋ, ਜਾਂ ਕਿਸੇ ਤਸਵੀਰ ਵਿੱਚ ਜਾਂ ਕਿਸੇ ਵੀ ਚੀਜ਼ ਵਿੱਚ ਤੁਸੀਂ ਦ੍ਰਿਸ਼ਟੀ ਲਾ ਕੇ ਰੱਖੋ, ਲਿਵ ਲਾ ਕੇ ਰੱਖੋ ਤੇ ਤੁਹਾਡੇ ਅੰਦਰ ਚਾਨਣ ਹੋ ਜਾਵੇਗਾ। ਮਹਾਰਾਜ ਕਹਿੰਦੇ ਇੱਦਾਂ ਵੀ ਨਹੀਂ ਹੋਏਗੀ ਗੱਲ। ਕੋਈ ਬੰਦਾ ਆਪਣੀ ਜ਼ੁਬਾਨ ਨੂੰ ਮੂੰਹ ਨੂੰ ਬੰਦ ਕਰ ਸਕਦਾ ਹੈ, ਪਰ ਅੰਦਰੋਂ ਮਨ ਬੋਲੀ ਜਾਂਦਾ ਹੈ। ਤੀਸਰਾ ਤਰੀਕਾ ਸੀ ਦੁਨੀਆ ਦੇ ਪਦਾਰਥਾਂ ਨੂੰ ਭੋਗਣਾ ਹੀ ਨਹੀਂ, ਕੰਦ ਮੂਲ ਖਾ ਕੇ ਜੰਗਲਾਂ ਵਿੱਚ ਰਹਿ ਕੇ ਤਪੱਸਿਆ ਕਰਨੀ ਹੈ। ਮਹਾਰਾਜ ਕਹਿੰਦੇ ਇੱਦਾਂ ਵੀ ਗੱਲ ਨਹੀਂ ਬਣਦੀ, ਭੁੱਖਿਆ ਭੁੱਖ ਨਾ ਉਤਰੀ ਜੇ ਬੰਨਾ ਪੁਰੀਆਂ ਭਾਰ। ਇੱਕ ਉਹ ਲੋਕ ਕਹਿੰਦੇ ਰੱਜ ਕੇ ਭੁੱਖ ਜਿੰਨੇ ਤੁਹਾਡਾ ਮਨ ਕਰਦਾ ਹੈ ਪਦਾਰਥਾਂ ਨੂੰ ਭੋਗ ਲਵੋ। ਇੱਕ ਉਹ ਜਿਹੜੇ ਜੰਗਲਾਂ ਵਿੱਚ ਚਲੇ ਗਏ, ਮਹਾਰਾਜ ਕਹਿੰਦੇ ਇੱਦਾਂ ਵੀ ਗੱਲ ਨਹੀਂ ਬਣਨੀ ਪਦਾਰਥਾਂ ਨੂੰ ਛੱਡ ਕੇ। ਇੱਕ ਕਹਿੰਦੇ ਵੀ ਜੋ ਮਰਜ਼ੀ ਖਾਓ ਪੀਓ, ਇੱਕ ਦਿਨ ਤੁਹਾਡਾ ਮਨ ਭੋਗਾਂ ਤੋਂ ਆਪੇ ਹੀ ਰੱਜ ਜਾਵੇਗਾ ਤੇ ਤੁਹਾਨੂੰ ਧਰਮ ਦੇ ਪਾਸੇ ਚੱਲ ਪਵੇਗਾ, ਫਿਰ ਤੁਹਾਨੂੰ ਕੁਝ ਪ੍ਰਾਪਤੀ ਹੋ ਜਾਵੇਗੀ। ਮਹਾਰਾਜ ਕਹਿੰਦੇ ਮਨ ਭੁੱਖਾ ਐਸਾ, ਇਹਦੀ ਪਦਾਰਥਾਂ ਨਾਲ ਭੁੱਖ ਨਹੀਂ ਮਿਟਦੀ, ਇਹਦੀ ਭੋਗਾਂ ਨਾਲ ਭੁੱਖ ਨਹੀਂ ਮਿਟਦੀ। ਜਿੰਨੇ ਮਰਜ਼ੀ ਇਹਨੂੰ ਭੋਗ ਭੁਗਾਈ ਚੱਲੋ, ਬਲਕਿ ਇਹ ਤਾਂ
ਐਸਾ ਹੈ ਭਗਤ ਬੇਣੀ ਜੀ ਕਹਿੰਦੇ ਨੇ ਆਪਣੀ ਬਾਣੀ ਦੇ ਵਿੱਚ ਕਿ ਇੱਕ ਮਨੁੱਖ ਬਿਲਕੁਲ ਬਜ਼ੁਰਗ ਹੋ ਗਿਆ, ਉਹਦੀਆਂ ਅੱਖਾਂ ਦੀ ਜੋਤ ਜਾਂਦੀ ਰਹੀ, ਕੰਨਾਂ ਦੀ ਸਰੋਤ ਜਾਂਦੀ ਰਹੀ, ਦੰਦ ਝੜ ਗਏ, ਸਰੀਰ ਕੰਮ ਨਹੀਂ ਕਰਦਾ, ਪਰ ਅਜੇ ਵੀ ਉਹਦਾ ਮਨ ਭੋਗਾਂ ਦੀ ਇੱਛਾ ਕਰ ਰਿਹਾ ਹੈ। ਉਹ ਸ਼ਬਦ ਤੁਸੀਂ ਸੁਣਦੇ ਹੋ, ਬਾਣੀ ਪੜ੍ਹਦੇ ਹੋ, ਪੁੰਡਰ ਕੇਸ ਕੁਸਮ ਤੇ ਧੋਲੇ, ਸਪਤ ਪਤਾਲ ਕੀ ਬਾਣੀ, ਲੋਚਨ ਸ਼ਰਮੈ ਬਲ ਬੁੱਧ ਨਾਠੀ, ਤੋਂ ਕਾਮ ਪਵਸ ਮਾਧਾਣੀ। ਕਹਿੰਦੇ ਜਿਹੜੇ ਕੇਸ ਕਾਲੇ ਸਨ, ਪੁੰਡਰ ਕੇਸ ਕੁਸਮ ਤੇ ਧੌਲੇ, ਪੁੰਡਰ ਕੇਸ ਮੈਨੇ ਕਾਲੇ ਕੇਸ, ਚਿੱਟੇ ਰੰਗ ਦੇ ਫੁੱਲ ਹੁੰਦੇ ਨੇ ਨਾ, ਭਗਤ ਬੇੜੀ ਜੀ ਕਹਿੰਦੇ ਉਹਨਾਂ ਨਾਲੋਂ ਵੀ ਜ਼ਿਆਦਾ ਚਿੱਟੇ ਹੋ ਗਏ ਜਿਹੜੇ ਕੇਸ। ਪੁੰਡਰ ਕੇਸ ਕੁਸਮ ਤੇ ਧੌਲੇ, ਕੁਸਮ ਮੈਨੇ ਫੁੱਲ, ਚਿੱਟੇ ਰੰਗ ਦੇ ਫੁੱਲ ਨਾਲੋਂ ਵੀ ਜ਼ਿਆਦਾ ਧੌਲੇ ਹੋ ਗਏ, ਚਿੱਟੇ ਹੋ ਗਏ। ਲੋਚਨ ਸ਼ਰਮੈ ਬਲ ਬੁੱਧ ਨਾਠੀ, ਲੋਚਨ ਅੱਖਾਂ, ਅੱਖਾਂ ਦੀ ਜੋਤ ਚਲੀ ਗਈ, ਕੰਨਾਂ ਦੀ ਸਰੋਤ ਚਲੀ ਗਈ, ਸਰੀਰ ਵਿੱਚ ਬਲ ਨਹੀਂ ਰਿਹਾ, ਅਕਲ ਕੰਮ ਨਹੀਂ ਕਰਦੀ। ਤੋ ਕਾਮ ਪਵਸ ਮਧਾਈ, ਅਜੇ ਵੀ ਅੰਦਰ ਕਾਮਨਾ ਦੀ ਮਧਾਣੀ ਚੱਲ ਰਹੀ, ਮੈਂ ਹੋਰ ਭੋਗ ਲਵਾਂ, ਹੋਰ ਜੀਵਨ ਜੀ ਲਵਾਂ। ਭੁੱਖਿਆਂ ਭੁੱਖ ਨਾ ਉਤਰੀ ਜੇ ਬੰਨਾ, ਪੁਰੀਆਂ ਭਾਰ, ਕਿੰਨੇ ਵੀ ਭੋਗ ਲਵੇ ਇੱਦਾਂ ਭੁੱਖ ਨਹੀਂ ਮਿਟੇਗੀ। ਤੇ ਚੌਥਾ ਤਰੀਕਾ ਪਹਿਲਾਂ ਵੀ ਸਨ, ਅੱਜ ਵੀ ਹਨ ਦੁਨੀਆ ਵਿੱਚ ਇਹ ਚੀਜ਼ਾਂ। ਕਹਿੰਦੇ ਰੱਜ ਕੇ ਜੋ ਭੋਗਣਾ ਭੋਗ ਲਓ, ਫਿਰ ਵੇਖੀ ਜਾਵੇਗੀ ਅੱਗੇ। ਚੌਥਾ ਤਰੀਕਾ ਇਹ ਸੀ ਵੀ ਵੇਦਾਂ ਨੂੰ ਪੜ੍ਹੋ, ਧਾਰਮਿਕ ਗ੍ਰੰਥਾਂ ਨੂੰ ਪੜ੍ਹੋ ਤੇ ਤੁਸੀਂ ਸਿਆਣੇ ਹੋ ਜਾਵੋਗੇ। ਮਹਾਰਾਜ ਕਹਿੰਦੇ ਇੱਦਾਂ ਵੀ ਗੱਲ ਨਹੀਂ ਬਣਨੀ, ਸਹਿਸ ਸਿਆਣਪਾਂ ਲੱਖ ਹੋਏ ਤਾਂ ਇੱਕ ਨਾ ਚੱਲੈ ਨਾਲ। ਕਿੰਨਾ ਵੀ ਮਨੁੱਖ ਸਿਆਣਾ ਹੋਵੇ ਪੜ੍ਹ ਲਿਖ ਕੇ, ਜਦੋਂ ਤੱਕ ਉਹਨੂੰ ਸਮਝਦਾ ਨਹੀਂ, ਆਪਣੇ ਜੀਵਨ ਵਿੱਚ ਧਾਰਨ ਨਹੀਂ ਕਰਦਾ, ਗੱਲ ਨਹੀਂ ਬਣੇਗੀ। ਕਿਵ ਸਚਿਆਰਾ ਹੋਈ ਹੈ, ਕਿਵ ਕੂੜੈ ਟੁੱਟੈ ਪਾਲ। ਸਚਿਆਰ ਕਿਵੇਂ ਹੋਵੇ? ਜੀਵ ਅਤੇ ਪਰਮਾਤਮਾ ਦੇ ਵਿਚਾਲੇ ਜਿਹੜੀ ਕੂੜ ਦੀ ਕੰਧ ਹੈ ਉਹ ਕਿਵੇਂ ਟੁੱਟੇ? ਤਾਂ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ। ਉਹਦੇ ਹੁਕਮ ਦੇ ਵਿੱਚ ਚੱਲਦਿਆਂ ਹੋਇਆ, ਉਹਦੀ ਰਜ਼ਾ ਵਿੱਚ ਚੱਲਦਿਆਂ ਹੋਇਆਂ, ਜੀਵਨ ਨੂੰ ਬਤੀਤ ਕਰਦਿਆਂ, ਉਹਦੀ ਇਬਾਦਤ ਕਰਦਿਆਂ ਹੀ ਜੀਵ ਜਿਹੜਾ ਹੈ ਉਹ ਸਫਲ ਹੋ ਸਕਦਾ ਹੈ ਆਪਣੇ ਜੀਵਨ ਦੇ ਵਿੱਚ, ਧਰਮ ਦੇ ਮਾਰਗ ਵਿੱਚ। ਇੱਥੇ ਮਹਾਰਾਜ ਉਹੀ ਉਪਦੇਸ਼ ਕਰ ਰਹੇ ਨੇ, ਤੁਹਾਨੂੰ ਬਾਹਰ ਭਟਕਣ ਦੀ ਲੋੜ ਨਹੀਂ ਹੈ। ਆਪਣੇ ਹਿਰਦੇ ਘਰ ਦੇ ਵਿੱਚ ਆ ਜਾਵੋ, ਨਾਮ ਜਪੋ, ਇੱਥੇ ਸੰਸਾਰ ਵਿੱਚ ਰਹਿੰਦਿਆਂ ਹੀ ਸਫਲ ਹੋ ਜਾਵੋਗੇ। ਗਰੀਬ ਨਵਾਜ ਫਰਮਾਨ ਕਰ ਰਹੇ ਨੇ, ਸੋਠ ਮਹੱਲਾ ਪੰਜਵਾਂ, ਹਿਰਦੈ ਨਾਮ ਵਸਾਇਓ, ਘਰ ਬੈਠੇ ਗੁਰੂ ਧਿਆਇਓ। ਘਰ ਵਿੱਚ ਬੈਠੇ ਹੋਏ, ਆਪਣੇ ਪਰਿਵਾਰ ਵਿੱਚ ਰਹਿੰਦਿਆਂ ਹੀ ਗੁਰੂ ਨੂੰ ਧਿਆਉਣਾ, ਭਾਵ ਗੁਰੂ ਦੇ ਹੁਕਮ ਨੂੰ ਮੰਨਣਾ ਹੈ। ਗੁਰੂ ਦਾ ਹੁਕਮ ਕੀ ਹੈ? ਗੁਰ ਸਤਿਗੁਰ ਕਾ ਜੋ ਸਿੱਖ ਖਾਏ, ਸੋ ਭਲਕੇ ਉਠਾਰ ਨਾਮ ਧਿਆਵੈ। ਵਾਹਿਗੁਰੂ ਦਾ ਨਾਮ ਜਪਣਾ ਹੈ, ਸਿਮਰਨ ਕਰਨਾ ਹੈ। ਮਹਾਰਾਜ ਕਹਿੰਦੇ ਬਾਹਰ ਜੰਗਲਾਂ ਵਿੱਚ ਜਾਣ ਦੀ ਲੋੜ ਨਹੀਂ ਹੈ, ਪਹਾੜਾਂ 'ਤੇ ਜਾਣ ਦੀ ਲੋੜ ਨਹੀਂ। ਆਪਣੇ ਪਰਿਵਾਰ ਵਿੱਚ ਰਹਿੰਦਿਆਂ ਹੋਇਆਂ, ਆਪਣਾ ਕਾਰੋਬਾਰ ਕਰਦਿਆਂ ਹੋਇਆਂ ਵਾਹਿਗੁਰੂ ਦਾ ਨਾਮ ਜਪ ਸਿਮਰਨ ਕਰ। ਵਾਹ ਆਪਣੇ ਹਿਰਦੇ ਰੂਪੀ ਘਰ ਵਿੱਚ ਆ ਕੇ ਵਾਹਿਗੁਰੂ ਦੇ ਨਾਮ ਨੂੰ ਜਪ। ਗੁਰ ਪੂਰੈ ਸੱਚ ਕਹਿਆ, ਪੂਰੇ ਗੁਰੂ ਨੇ ਇਹ ਸੱਚ ਸਾਨੂੰ ਕਿਹਾ ਹੈ, ਇਹਦੇ ਵਿੱਚ ਕੋਈ ਵਲ ਛਲ ਨਹੀਂ ਰੱਖਿਆ। ਬਹੁਤੇ ਕਈ ਆਪਾਂ ਵੇਖਦੇ ਹਾਂ ਉਹ ਵਲ ਛਲ ਕਈ ਤਰ੍ਹਾਂ ਦੇ ਕਰ ਜਾਂਦੇ ਨੇ, ਪਹਿਲਾਂ ਵੀ ਸੀ ਅੱਜ ਵੀ, ਪਰ ਸਾਡੇ ਸਤਿਗੁਰੂ ਜੀ ਨੇ ਸਿੱਧਾ ਮਾਰਗ ਸਾਨੂੰ ਦੇਤਾ, ਭਾਈ ਤੂੰ ਵਾਹਿਗੁਰੂ ਦਾ ਨਾਮ ਜਪ। ਸਾਰੇ ਸੰਸਾਰ ਨੂੰ ਹੀ ਮਹਾਰਾਜ ਨੇ ਕਿਹਾ ਭਾਈ ਨਾਮ ਜਪੋ, ਬੰਦਗੀ ਕਰਿਆ ਕਰੋ, ਸੋ ਸੁਖ ਸਾਚਾ ਲਿਆ। ਜਿਨ੍ਹਾਂ ਨੇ ਪੂਰੇ ਗੁਰੂ ਦੇ ਹੁਕਮ ਨੂੰ ਮੰਨ ਲਿਆ, ਸੱਚ ਕਰਕੇ ਵੀ ਗੁਰੂ ਜੋ ਕਹਿ ਰਿਹਾ ਬਿਲਕੁਲ ਇਹ ਸੱਚ ਹੈ।
महाराज सानू सारिਆਂ ਨੂੰ ਸਾਰੇ ਸੰਸਾਰ ਦੇ ਲੋਕਾਂ ਨੂੰ ਕਹਿੰਦੇ ਨੇ ਭਾਈ ਸੁਖੀ ਹੋਣਾ ਚਾਹੁੰਦੇ ਹੋ ਜੋ ਸੁਖ ਕੋ ਚਾਹੈ ਸਦਾ ਸ਼ਰਨ ਰਾਮ ਕੀ ਲਹੇ। ਉੱਥੇ ਇਹ ਤੇ ਨਹੀਂ ਕਿਹਾ ਸਿੱਖ ਨੂੰ ਜਾਂ ਹਿੰਦੂ ਨੂੰ ਜਾਂ ਮੁਸਲਮਾਨ ਨੂੰ। ਮਹਾਰਾਜ ਕਹਿੰਦੇ ਜਿਹੜਾ ਵੀ ਵਾਹਿਗੁਰੂ ਸੁਖ ਲੈਣਾ ਚਾਹੁੰਦਾ ਸਦਾ ਵਾਸਤੇ ਜੋ ਸੁਖ ਕੋ ਚਾਹੈ ਸਦਾ ਸ਼ਰਨ ਰਾਮ ਕੀ ਲਹੇ, ਉਹ ਭਾਈ ਵਾਹਿਗੁਰੂ ਦੀ ਸ਼ਰਨ ਵਿੱਚ ਆ ਜਾਵੇ। अपना होयो गुर मेहरवाना, अपना मैंने मेरा गुरु मेहरबान हो गया मेरे ते। मेरे गुरु ने बड़ी ये बख्शिश की थी, सानू बड़ा सौखा मार्ग दे दिता। आनंद सूख कल्याण मंगल स्यों घर आए कर इसनाना रहाओ। जदों गुरु दे दसे हुए मार्ग ते चले ਤਾਂ ਅੰਦਰ ਹਿਰਦੇ ਵਿੱਚ ਤੀਰਥ ਪ੍ਰਗਟ ਹੋ ਗਿਆ, ਜਿੱਥੇ ਮਨ ਨੇ ਇਸ਼ਨਾਨ ਕੀਤਾ ਤੇ ਮਨ ਨਿਰਮਲ ਹੋ ਗਿਆ। ਜਿਸ ਬਾਰੇ ਆਪਾਂ ਬਾਜਪਜੀ ਸਾਹਿਬ ਵਿੱਚ ਪੜ੍ਹਦੇ ਹਾਂ ਨਾ, ਅੰਤਰਗਤ ਤੀਰਥ ਮਲ ਨਹਾਓ। ਜਦੋਂ ਤੁਸੀਂ ਨਾਮ ਜਪੀ ਚਲੋਗੇ ਇੱਕ ਦਿਨ ਤੁਹਾਡੇ ਅੰਦਰ ਨਾਮ ਦਾ ਤੀਰਥ ਪ੍ਰਗਟ ਹੋ ਜਾਵੇਗਾ। ਉੱਥੇ ਮਨ ਜਦੋਂ ਇਸ਼ਨਾਨ ਕਰੇਗਾ ਫਿਰ ਇਹ ਨਿਰਮਲ ਹੋਵੇਗਾ, ਉਸ ਤੋਂ ਬਿਨਾਂ ਨਿਰਮਲ ਨਹੀਂ ਹੋ ਸਕਦਾ। ਬਾਹਰਲੇ ਇਸ਼ਨਾਨ ਨਾਲ ਕੇਵਲ ਤੁਹਾਡਾ ਤਨ ਸਾਫ਼ ਹੋ ਸਕਦਾ ਹੈ, ਤਨ ਨਿਰਮਲ ਨਹੀਂ ਹੋਵੇਗਾ। ਮਨ ਤਨ ਨਿਰਮਲ ਕਰਤ ਕਿਆਰੋ। ਤਨ ਨਿਰਮਲ ਕਿਵੇਂ ਹੁੰਦਾ ਹੈ? ਜਿਹੜਾ ਤਨ ਕੋਈ ਮਾੜਾ ਕਰਮ ਨਾ ਕਰੇ ਸਮਝ ਲਓ ਉਹ ਤਨ ਨਿਰਮਲ ਹੈ। ਨਾ ਮਾੜਾ ਵੇਖੇ, ਨਾ ਮਾੜਾ ਬੋਲੇ, ਨਾ ਮਾੜਾ ਸੁਣੇ, ਨਾ ਮਾੜਾ ਕਰੇ, ਉਹ ਨਿਰਮਲ ਹੋ ਗਿਆ ਨਾ ਤਨ। ਐਸਾ ਕਿਹੜਾ ਤਨ ਹੈ ਜਿਹੜਾ ਮਾੜਾ ਨਹੀਂ ਵੇਖਦਾ? ਆਪਣੀਆਂ ਅੱਖਾਂ ਮਾੜਾ ਵੇਖਦੀਆਂ ਨੇ, ਕੰਨ ਮਾੜਾ ਸੁਣਦੇ ਨੇ। ਇਸ਼ਨਾਨ ਕਰਨ ਨਾਲ ਤਨ ਦੀ ਮੈਲ ਤਾਂ ਲੈ ਸਕਦੀ ਹੈ ਪਰ ਤਨ ਨਿਰਮਲ ਨਹੀਂ ਹੋਵੇਗਾ। ਮਨ ਨੇ ਤਾਂ ਨਿਰਮਲ ਹੋਣਾ ਹੀ ਕਿ ਇਸ਼ਨਾਨ ਨਾਲ। ਜਦ ਇਸ਼ਨਾਨ ਨਾਲ ਸਾਡਾ ਤਨ ਨਿਰਮਲ ਨਹੀਂ ਹੋ ਰਿਹਾ ਤੇ ਸਾਡਾ ਮਨ ਕਿਵੇਂ ਨਿਰਮਲ ਹੋਵੇਗਾ ਦੱਸੋ? ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਜਦੋਂ ਗੁਰੂ ਦਾ ਹੁਕਮ ਮੰਨ ਕੇ ਨਾਮ ਜਪਿਆ ਤਾਂ ਇਹ ਮਨ ਆਪਣੇ ਨਿਜ ਟਿਕਾਣੇ ਤੇ ਆ ਗਿਆ। ਉੱਥੇ ਫਿਰ ਕੀ ਹੋਇਆ? ਆਨੰਦ ਸੂਖ ਕਲਿਆਣ ਮੰਗਲ ਸਿਉ ਘਰ ਆਏ ਕਰ ਇਸ਼ਨਾਨਾ। ਜਦੋਂ ਮਨ ਇਸ਼ਨਾਨ ਕਰਕੇ ਟਿਕਾਣੇ ਤੇ ਆ ਗਿਆ, ਭਾਵੇਂ ਮਨ ਟਿਕ ਗਿਆ, ਉਸ ਅਵਸਥਾ ਵਿੱਚ ਬੜਾ ਆਨੰਦ, ਬੜਾ ਸੁੱਖ, ਕਲਿਆਣਤਾ ਹੋ ਜਾਂਦੀ ਸਭ ਤਰ੍ਹਾਂ ਕਰਕੇ। ਮੰਗਲਮਈ ਸਮਾਂ ਹਰ ਸਮੇਂ ਉਸ ਗੁਰਮੁਖ ਦੇ ਹਿਰਦੇ ਵਿੱਚ ਬਣ ਜਾਂਦਾ ਹੈ। ਰਹਾਓ ਵਿਸ਼ਰਾਮ ਦੇ ਕੇ ਮਹਾਰਾਜ ਕਹਿੰਦੇ ਸਾਚੀ ਗੁਰੂ ਵਡਿਆਈ। ਭਾਈ ਗੁਰੂ ਦੀ ਵਡਿਆਈ ਸੱਚੀ ਹੈ। ਗੁਰੂ ਦੀ ਵਡਿਆਈ ਸਦਾ ਰਹਿਣ ਵਾਲੀ ਹੈ। ਗੁਰੂ ਦੀ ਵਡਿਆਈ ਹੈ ਕਿ ਵੇਖੋ ਸਾਨੂੰ, ਅਸੀਂ ਜੀਵ ਪਾਪਾਂ ਨਾਲ ਭਰੇ ਹੋਏ ਹਾਂ, ਸਾਨੂੰ ਉਹ ਕਿੰਨਾ ਉੱਚਾ ਦਰਜਾ ਦੇ ਦਿੰਦੇ ਨੇ। ਗੁਰੂ ਦੀ ਸਿੱਖਿਆ, ਗੁਰੂ ਦੀ ਬਾਣੀ ਸਾਨੂੰ ਕਿੱਥੇ ਵੇਲੇ ਉੱਚੇ ਦਰਜੇ ਤੇ ਲੈ ਜਾਂਦੀ ਹੈ। ਤਾਂ ਕਿ ਕੀਮਤ ਕਹਿਣ ਨਾ ਜਾਈ। ਇਸ ਕਰਕੇ ਗੁਰੂ ਦੀ ਮਹਿਮਾ ਦੱਸੀ ਨਹੀਂ ਜਾ ਸਕਦੀ। ਜੋ ਇੱਕ ਕਿਰਮ ਨੂੰ ਚੁੱਕ ਕੇ ਵੱਡਾ ਬਾਦਸ਼ਾਹ ਬਣਾ ਦਿੰਦੇ ਨੇ, ਵੱਡੀ ਪਦਵੀ ਦੇ ਦਿੰਦੇ ਨੇ। ਗੁਰੂ ਦੀ ਵਡਿਆਈ, ਗੁਰੂ ਦੀ ਮਹਿਮਾ ਅਪਰਮ ਅਪਾਰ ਹੈ। ਜਿਵੇਂ ਸਵਈਆਂ ਦੇ ਵਿੱਚ ਬਚਨ ਆਉਂਦੇ ਨੇ, ਕੱਚੋ ਕੰਚਨ ਭਿਓ। ਕੱਚ ਸੀ ਸਾਡਾ ਜੀਵਨ। ਕੱਚ ਕਿੰਨਾ ਰੁਲਦਾ ਪਿਆ ਰੂੜੀਆਂ ਤੇ। ਕੱਚ ਦਾ ਗਲਾਸ ਆਪਣੇ ਘਰ ਵਿੱਚ ਕੋਈ ਕੱਚ ਦਾ ਸਮਾਨ ਟੁੱਟ ਜਾਵੇ ਆਪਾਂ ਉਹਨੂੰ ਡਸਟਬਿਨ ਵਿੱਚ ਪਾ ਦਿੰਦੇ ਹਾਂ। ਪਰ ਕਦੇ ਵੇਖਿਆ ਕੋਈ ਸੋਨੇ ਦਾ ਗਹਿਣਾ ਟੁੱਟੇ, ਕੋਈ ਕਣ ਸੋਨੇ ਦਾ ਡਿੱਗੇ ਤੇ ਆਪਾਂ ਉਹਨੂੰ ਡਸਟਬਿਨ ਵਿੱਚ ਪਾ ਦਈਏ? ਉਹਨੂੰ ਕਦੇ ਨਹੀਂ ਪਾਵਾਂਗੇ। ਸੋਨੇ ਨੂੰ ਤੇ ਭਾਵੇਂ ਨਿੱਕਾ ਜਿਹਾ ਕਿਣਕਾ ਵੀ ਹੋਈ ਚੁੱਕ ਕੇ ਉਹਨੂੰ ਆਪਾਂ ਪਰਸ ਵਿੱਚ ਪਾ ਲੈਂਦੇ ਹਾਂ, ਸੋਨਾ ਹੈ। ਭਾਵੇਂ ਉਹ ਕਿਸੇ ਗਹਿਣੇ ਨਾਲੋਂ ਟੁੱਟ ਗਿਆ ਹੈ ਪਰ ਕਹਿੰਦੇ ਆ ਨਹੀਂ ਇਹ ਸੋਨਾ, ਇਹਦੀ ਕੀਮਤ ਬਰਾਬਰ ਹੀ, ਕੀਮਤ ਘਟੀ ਨਹੀਂ ਹੈ। ਕੱਚੋ ਕੰਚਨ ਭਿਓ ਸ਼ਬਦ ਗੁਰੂ ਸਰਵਣੈ ਸੁਣਿਓ। ਸਾਡਾ ਜੀਵਨ ਕੱਚ ਸੀ ਪਰ ਗੁਰੂ ਦੇ ਸ਼ਬਦ ਨਾਲ ਜੁੜਦਿਆਂ ਇਹ ਸੋਨੇ ਦੀ ਤਰ੍ਹਾਂ ਹੋ ਗਿਆ। ਕੱਚੋ ਕੰਚਨ ਭਿਓ ਸ਼ਬਦ ਗੁਰੂ ਸਰਵਣੈ ਸੁਣਿਓ। ਗੁਰੂ ਦਾ ਸ਼ਬਦ ਜਦੋਂ ਸੁਣਿਆ ਅੰਦਰ, ਇਹ ਸਾਡਾ ਜੀਵਨ ਸੋਨਾ ਬਣ ਗਿਆ।
ਕੀਮਤੀ ਹੋ ਗਿਆ। ਕੱਚੋ ਕੰਚਨ ਭਿਓ ਸ਼ਬਦ ਗੁਰ ਸਰਵਣੈ ਸੁਣਿਓ, ਬਿਖ ਤੇ ਅੰਮ੍ਰਿਤ ਹੋਇਓ, ਨਾਮ ਸਤਿਗੁਰ ਮੁਖ ਭਣਿਓ। ਸਤਿਗੁਰੂ ਦਾ ਦਿੱਤਾ ਹੋਇਆ ਨਾਮ ਜਪਿਆ, ਸਾਡਾ ਜੀਵਨ ਜਿਹੜਾ ਵਿਕਾਰਾਂ ਨਾਲ ਭਰਿਆ ਹੋਇਆ ਸੀ, ਵਿਸ਼ੇ ਵਿਕਾਰਾਂ ਦੀ ਜ਼ਹਿਰ ਨਾਲ, ਹੁਣ ਅੰਮ੍ਰਿਤਮਈ ਬਣ ਗਿਆ, ਅੰਮ੍ਰਿਤ ਬਾਣੀ ਵਾਰ ਬਣ ਗਿਆ। ਜਿਵੇਂ ਕ੍ਰੋਧ ਇੱਕ ਜ਼ਹਿਰ ਹੈ, ਗੁਰਮੁਖ ਦੇ ਅੰਦਰ ਵੀ ਕ੍ਰੋਧ ਹੁੰਦਾ ਹੈ, ਪਰ ਉਹ ਕ੍ਰੋਧ ਕਿੱਥੇ ਵਰਤਦਾ? ਉਹ ਵੀਰ ਰਸ ਵਿੱਚ ਤਬਦੀਲ ਹੋ ਜਾਂਦਾ ਹੈ। ਪਹਿਲਾਂ ਉਹ ਕ੍ਰੋਧ ਮਾੜੇ ਪਾਸੇ ਜਾਂਦਾ ਸੀ, ਮਾੜੇ ਕਰਮ ਕਰਾਉਂਦਾ ਸੀ। ਹੁਣ ਜਦੋਂ ਕ੍ਰੋਧ ਆਉਂਦਾ ਹੈ, ਉਹ ਕਿਸੇ ਮਜ਼ਲੂਮ ਦੀ ਰੱਖਿਆ ਵਾਸਤੇ ਆਉਂਦਾ। ਉਹ ਵੀਰ ਰਸ ਵਿੱਚ ਤਬਦੀਲ ਹੋ ਗਿਆ, ਅੰਮ੍ਰਿਤ ਬਣ ਗਿਆ, ਉਹ ਭਲੇ ਪਾਸੇ ਲੱਗ ਗਿਆ। ਬਿਖ ਤੇ ਅੰਮ੍ਰਿਤ ਹੋਇਓ, ਨਾਮ ਸਤਿਗੁਰ ਮੁਖ ਭਣਿਓ। ਲੋ ਹੋਇਓ ਲਾਲ, ਨਦਰ ਸਤਿਗੁਰ ਜਦ ਧਾਰੈ, ਪਾਹਣ ਮਾਨਕ ਕਰੈ, ਗਿਆਨ ਗੁਰ ਕਿਉ ਵਿਚਾਰੈ। ਕਾਠੋਂ ਸ੍ਰੀ ਖੰਡ ਸਤਿਗੁਰ ਕੀਓ, ਦੁਖ ਦਰਿਦਰ ਤਿਨ ਕੇ ਗਏ। ਸਤਿਗੁਰ ਚਰਨ ਜਿਨ ਪਰਸਿਆ, ਸੇ ਪਸ ਪਰੇ ਸੁਰ ਨਰ ਭਏ। ਸਾਚੀ ਗੁਰ ਵਡਿਆਈ, ਤਾਂ ਕੀ ਕੀਮਤ ਕਹਿਣ ਨਾ ਜਾਈ। ਗੁਰੂ ਦੀ ਇਹ ਜਿਹੜੀ ਵਡਿਆਈ ਹੈ, ਇਹ ਬਿਆਨ ਨਹੀਂ ਕੀਤੀ ਜਾ, ਇਹਦੀ ਕੀਮਤ ਹੀ ਨਹੀਂ ਦੱਸੀ ਜਾ ਸਕਦੀ। ਵੀ ਇੱਕ ਰੁਲਦੇ ਹੋਏ ਜੀਵ ਨੂੰ, ਜੋ ਹਮਰੀ ਬਿਦ ਹੋਤੀ ਮੇਰੇ ਸਤਿਗੁਰਾ, ਸਾਬਿਦ ਤੁਮ ਹਰ ਜਾਣੋ ਆਪੇ। ਹਮ ਰੁਲਤੇ ਫਿਰਤੇ ਕੋਈ ਬਾਤ ਨਾ ਪੂਛਤਾ, ਗੁਰ ਸਤਿਗੁਰ ਸੰਗ ਕੀਰੇ ਹਮ ਥਾਪੇ। ਧੰਨ ਧੰਨ ਗੁਰੂ ਨਾਨਕ ਜਨ ਕੇਰਾ, ਜਿਤ ਮਿਲਿਆ ਚੂਕੇ ਸਭ ਸੋਗ ਸੰਤਾਪੇ। ਸਿਰ ਸ਼ਾਹ ਪਾਤਸ਼ਾਹ। ਗੁਰੂ ਦੁਨੀਆ ਦੇ ਜਿੰਨੇ ਵੀ ਮਰਜ਼ੀ ਬਾਦਸ਼ਾਹ ਹੋਣ, ਸਾਰਿਆਂ ਦਾ, ਸਾਰਿਆਂ ਦੇ ਸਿਰ ਪਾਤਸ਼ਾਹ ਹੈ, ਭਾਵ ਸਾਰਿਆਂ ਤੋਂ ਵੱਡਾ ਹੈ। ਉਹਦਾ ਹੁਕਮ ਸਾਰਿਆਂ 'ਤੇ ਚੱਲਦਾ ਹੈ। ਗੁਰ ਭੇਟਤ ਮਨ ਉਮਾਹ, ਗੁਰੂ ਨੂੰ ਮਿਲ ਕੇ ਮਨ ਰੱਬ ਦੀ ਭਗਤੀ ਦੇ ਉਮਾਹ ਨਾਲ ਭਰ ਜਾਂਦਾ ਹੈ। ਗੁਰੂ ਹੀ ਐਸੀ ਹਸਤੀ ਹੈ ਜੋ ਸਾਡੇ ਮਨ ਨੂੰ ਚੇਂਜ ਕਰ ਦਿੰਦਾ ਹੈ, ਜੋ ਸਾਡੇ ਮਨ ਨੂੰ ਆਤਮਿਕ ਸ਼ਕਤੀ ਦੇ ਨਾਲ ਭਰ ਦਿੰਦਾ ਹੈ। ਸਗਲ ਪਰਾਸ਼ਤ ਲਾਤੇ, ਮਿਲ ਸਾਧ ਸੰਗਤ ਕੈ ਸਾਥੇ। ਜਦੋਂ ਗੁਰੂ ਦੀ ਸੰਗਤ ਵਿੱਚ ਮਿਲ ਗਏ, ਗੁਰੂ ਦੇ ਚਰਨਾਂ ਨਾਲ ਜੁੜ ਗਏ, ਤਾਂ ਸਾਰੇ ਹੀ ਪਾਪ ਲੈ ਗਏ। ਸਗਲ ਪਰਾਸ਼ਤ, ਪਰਾਸ਼ਤ ਮੈਨੇ ਪਾਪ, ਪਾਪ ਜੋ ਸਾਡੇ ਮਨ ਵਿੱਚ ਮਾੜੇ ਫੁਰਨੇ, ਮਾੜੇ ਵਿਚਾਰ ਚੱਲਦੇ ਹਨ, ਉਹ ਸਾਰੇ ਨਿਵਰਤ ਹੋ ਗਏ। ਗੁਰੂ ਦੀ ਐਸੀ ਵਡਿਆਈ ਹੈ। ਗੁਣ ਨਿਧਾਨ ਹਰਨਾਮਾ, ਜਪ ਪੂਰਨ ਹੋਏ ਕਾਮਾ। ਗੁਰੂ ਮਹਾਰਾਜ ਜੀ ਨੇ ਸਾਨੂੰ ਗੁਣਾਂ ਦਾ ਖਜ਼ਾਨਾ ਹਰੀ ਵਾਹਿਗੁਰੂ ਦਾ ਨਾਮ ਦੇ ਦਿੱਤਾ, ਵੀ ਇਹ ਨਾਮ ਜਪੋ ਤੁਸੀਂ। ਜਦੋਂ ਗੁਰੂ ਮਹਾਰਾਜ ਜੀ ਦੇ ਦੱਸੇ ਹੋਏ ਉਸ ਨਾਮ ਨੂੰ ਜਪਿਆ, ਸਿਮਰਨ ਕੀਤਾ, ਜਪ ਪੂਰਨ ਹੋਏ ਕਾਮਾ, ਸਾਡੇ ਸਾਰੇ ਹੀ ਕੰਮ ਪੂਰੇ ਹੋ ਗਏ। ਵੇਖੋ ਅੱਜ ਵੀ ਆਪਾਂ ਚਾਹੁੰਦੇ ਆ ਨਾ ਸਾਡੇ ਕੰਮ ਪੂਰੇ ਹੋਣ, ਸਾਡਾ ਕਾਰੋਬਾਰ ਚੱਲੇ, ਸੰਸਾਰਕ ਕਾਰੋਬਾਰ ਵੀ ਚੱਲਣਾ ਚਾਹੀਦਾ ਹੈ। ਇੱਕ ਕੰਮ ਕਰਿਆ ਕਰੋ, ਅੰਮ੍ਰਿਤ ਵੇਲੇ ਉੱਠ ਕੇ ਨਾਮ ਜਪਿਆ ਕਰੋ। ਜਿਹੜਾ ਵੀ ਮਨੁੱਖ ਚਾਹੁੰਦਾ ਵੀ ਮੈਂ ਦੁਨੀਆ ਵਿੱਚ ਵੀ ਕਾਮਯਾਬ ਹੋਵਾਂ ਤੇ ਮੇਰੇ ਅੰਦਰ ਧਰਮ ਦਾ ਵੀ ਕਣ ਆਵੇ, ਗੁਰੂ ਦੀ ਮੱਤ ਦੇ ਅਨੁਸਾਰ ਉਹ ਨਾਮ ਜਪੇ, ਆਪਣਾ ਕਾਰੋਬਾਰ ਕਰੇ, ਕਦੇ ਘਾਟਾ ਨਹੀਂ ਪਵੇਗਾ। ਇੱਕ ਵਾਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਕੋਲ ਸਾਰੇ ਅੰਮ੍ਰਿਤਸਰ ਸ਼ਹਿਰ ਨਵਾਂ ਵਸਾਇਆ ਸੀ ਗੁਰੂ ਰਾਮਦਾਸ ਜੀ ਨੇ। ਕਈ ਤਰ੍ਹਾਂ ਦੇ ਵਪਾਰੀ ਲੋਕ ਲਿਆ ਕੇ ਵਸਾਏ, ਤੇ ਜਿਸ ਸਮੇਂ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਸਮਾਂ ਆਇਆ, ਉਹ ਕਹਿੰਦੇ ਮਹਾਰਾਜ ਸ਼ਹਿਰ ਨਵਾਂ ਵਸਿਆ, ਕੰਮ ਚੱਲਦਾ ਨਹੀਂ ਹੈ, ਕਾਰੋਬਾਰ ਚੱਲਦਾ ਨਹੀਂ ਹੈ, ਇਹਨਾਂ ਸਤਿਗੁਰੂ ਜੀ ਕਿਰਪਾ ਕਰੋ। ਮਹਾਰਾਜ ਕਹਿੰਦੇ ਭਾਈ ਤੁਸੀਂ ਵਾਹਿਗੁਰੂ ਦਾ ਅੰਮ੍ਰਿਤ ਵੇਲੇ ਉੱਠ ਕੇ ਹਰਿਮੰਦਰ ਸਾਹਿਬ ਹਾਜ਼ਰੀ ਭਰਿਆ ਕਰੋ, ਨਾਮ ਜਪਿਆ ਕਰੋ, ਬਾਣੀ ਪੜ੍ਹਿਆ ਕਰੋ, ਤੁਹਾਡੇ ਕਾਰੋਬਾਰ ਵਿੱਚ ਕਦੇ ਘਾਟਾ ਨਹੀਂ ਪਵੇਗਾ, ਸਦਾ ਸਫਲਤਾ ਕਾਮਯਾਬੀ ਮਿਲੇਗੀ। ਕਿਉਂਕਿ ਜਿੱਥੇ ਵਾਹਿਗੁਰੂ ਦਾ ਨਾਮ ਆ ਗਿਆ ਨਾ, ਉੱਥੇ ਸਦਾ ਚੜ੍ਹਦੀ ਕਲਾ ਹੀ ਰਹਿੰਦੀ ਹੈ। ਆਪਾਂ ਰੋਜ਼ ਪੜ੍ਹਦੇ ਹਾਂ ਨਾਨਕ ਨਾਮ ਚੜ੍ਹਦੀ ਕਲਾ, ਨਾਮ ਨਾਲ ਹੀ ਚੜ੍ਹਦੀ ਕਲਾ ਹੋਣੀ ਹੈ। ਤੇਰੇ ਭਾਣੇ ਸਰਬੱਤ ਦਾ ਭਲਾ, ਚੜ੍ਹਦੀ ਕਲਾ ਮੈਨੇ ਜੀਵਨ ਵਿੱਚ ਸਫਲਤਾ ਕਾਮਯਾਬੀ,
ਉਹ ਕਦੇ ਨਾਲ ਹੋਣੀ ਨਾਮ ਨਾਲ। ਨਹੀਂ ਤੇ ਮਨੁੱਖ ਆਪਾਂ ਵੇਖਦੇ ਹਾਂ ਹਰ ਇੱਕ ਪਾਸੇ ਤੋਂ ਫੇਲ ਹੋ ਜਾਂਦਾ ਹੈ। ਇਸ ਕਰਕੇ ਨਾਮ ਨਾਲ ਜੁੜੋ। ਮਹਾਰਾਜ ਕਹਿੰਦੇ ਨਾਮ ਨਾਲ ਹੀ ਸੰਸਾਰ ਦੇ ਵਿੱਚ ਸਫਲਤਾ ਹੈ, ਚੜ੍ਹਦੀ ਕਲਾ ਤੇ ਨਾਮ ਨਾਲ ਹੀ ਧਰਮ ਦੇ ਵਿੱਚ ਵੀ ਹੈ। ਤੋ ਪਾਤਸ਼ਾਹ ਫਰਮਾਨ ਕਰਦੇ ਨੇ ਨਾਮ ਜਪ ਕੇ ਸਾਰੇ ਕੰਮ ਪੂਰੇ ਹੋ ਗਏ। ਗੁਰ ਕੀਨੋ ਮੁਕਤ ਦੁਆਰਾ। ਗੁਰੂ ਪਾਤਸ਼ਾਹ ਜੀ ਨੇ ਬਖਸ਼ਿਸ਼ ਕੀਤੀ ਹੈ, ਮੁਕਤੀ ਦਾ ਦਰਵਾਜ਼ਾ ਬਣਾਤਾ ਸੌਖਾ ਕਿ ਮੁਕਤ ਕਿਵੇਂ ਹੋਣਾ ਹੈ। ਸੰਸਾਰ ਵਿੱਚ ਰਹਿੰਦਿਆਂ ਹੋਇਆਂ, ਪਰਿਵਾਰ ਵਿੱਚ ਰਹਿੰਦਿਆਂ ਹੋਇਆਂ ਉਹ ਸਤਿਗੁਰੂ ਨੇ ਜੁਗਤ ਦੱਸ ਦਿੱਤੀ ਵੀ ਤੁਸੀਂ ਅੰਮ੍ਰਿਤ ਵੇਲਾ ਸੰਭਾਲਿਆ ਕਰੋ, ਨਾਮ ਜਪਿਆ ਕਰੋ, ਬਾਣੀ ਪੜ੍ਹਿਆ ਕਰੋ, ਨਾਲ ਆਪਣਾ ਕੰਮ ਧੰਦਾ ਵੀ ਕਰੋ। ਇਹ ਸਾਨੂੰ ਸੌਖੀ ਜੀ ਜੁਗਤ ਦੇ ਦਿੱਤੀ। ਸਭ ਸ੍ਰਿਸ਼ਟ ਕਰੈ ਜੈਕਾਰਾ। ਜਿਹੜਾ ਗੁਰੂ ਦੇ ਮਤ ਦਾ ਧਾਰਨੀ ਹੋ ਜਾਂਦਾ ਹੈ, ਸਾਰੀ ਸ੍ਰਿਸ਼ਟੀ ਉਹਦੀ ਜੈ ਜੈਕਾਰ ਕਰਨ ਲੱਗ ਜਾਂਦੀ ਹੈ। ਨਾਨਕ ਪ੍ਰਭ ਮੇਰੇ ਸਾਥੇ, ਜਨਮ ਮਰਨ ਭੈ ਲਾਥੇ। ਜਦੋਂ ਗੁਰੂ ਦਾ ਦਿੱਤਾ ਹੋਇਆ ਨਾਮ ਜਪਿਆ, ਉਸ ਨਾਮ ਦੇ ਨਾਲ ਅੰਦਰ ਜਾਗਰਤ ਹੋ ਗਿਆ ਤੇ ਪਤਾ ਲੱਗ ਗਿਆ ਰੱਬ ਤਾਂ ਮੇਰੇ ਨਾਲ ਹੀ ਹੈ। ਮੈਂ ਤਾਂ ਬਾਹਰ ਭਟਕੀ ਜਾਂਦਾ ਸੀ, ਰੱਬ ਤਾਂ ਹਰ ਸਮੇਂ ਮੇਰੇ ਨਾਲ ਹੈ। ਜਦੋਂ ਮਨੁੱਖ ਨੂੰ ਇਹ ਅਨੁਭਵ ਹੋ ਗਿਆ ਰੱਬ ਮੇਰੇ ਨਾਲ ਹੈ, ਜਨਮ ਮਰਨ ਭੈ ਲਾਥੇ, ਜੰਮਣ ਮਰਨ ਦਾ ਡਰ ਚੱਕਿਆ ਗਿਆ। ਕਿਉਂਕਿ ਪਤਾ ਹੈ ਜਦੋਂ ਰੱਬ ਮੇਰੇ ਨਾਲ ਹੈ ਤੇ ਫਿਰ ਡਰਨ ਦੀ ਕੀ ਲੋੜ ਹੈ। ਜਦੋਂ ਮਨੁੱਖ ਦੇ ਨਾਲ ਕੋਈ ਪਾਵਰ ਹੁੰਦੀ ਹੈ ਉਹਨੂੰ ਡਰਨ ਦੀ ਕੀ ਲੋੜ ਹੁੰਦੀ, ਉਹਨੂੰ ਪਤਾ ਹੁੰਦਾ ਮੇਰੇ ਨਾਲ ਪਾਵਰ ਹੈ। ਜਦੋਂ ਤੁਹਾਡੇ ਘਰ ਵਿੱਚ ਬਹੁਤ ਧਨ ਹੈ, ਤੁਹਾਨੂੰ ਗਰੀਬੀ ਤੋਂ ਕਿਸੇ ਵੀ ਚੀਜ਼ ਤੋਂ ਡਰਨ ਦੀ ਲੋੜ ਨਹੀਂ ਹੁੰਦੀ, ਕਿਉਂਕਿ ਪਤਾ ਹੁੰਦਾ ਆਪਣੇ ਕੋਲ ਬਹੁਤ ਪੈਸਾ ਹੈ। ਜਿਸ ਬੰਦੇ ਕੋਲ ਪੈਸਾ ਨਹੀਂ, ਗਰੀਬੀ ਹੈ, ਉਹ ਤਾਂ ਡਰਦਾ ਹੈ ਬਈ ਹੁਣ ਮੀਂਹ ਲੱਗ ਗਿਆ ਕੀ ਕਰਾਂਗੇ, ਹੁਣ ਕਾਰੋਬਾਰ ਬੰਦ ਹੋ ਗਿਆ ਕੀ ਕਰਾਂਗੇ, ਕਿਧਰ ਜਾਵਾਂਗੇ, ਕਿੱਥੋਂ ਖਾਵਾਂਗੇ। ਕੋਈ ਦੁੱਖ ਲੱਗ ਗਿਆ ਤਾਂ ਝੁਰਦਾ ਵੀ ਮੈਂ ਇਸ ਬਿਮਾਰੀ ਦਾ ਇਲਾਜ ਕਿਵੇਂ ਕਰਾਵਾਂ। ਪਰ ਜਿਹਦੇ ਕੋਲ ਬਹੁਤ ਧਨ ਹੈ ਉਹ ਕਹਿੰਦਾ ਕੋਈ ਗੱਲ ਨਹੀਂ, ਮੀਂਹ ਲੱਗ ਗਿਆ 5-7 ਦਿਨ, ਕੋਈ ਚੱਕਰ ਹੀ ਨਹੀਂ, ਡਰਨ ਦੀ ਲੋੜ ਹੀ ਨਹੀਂ ਹੈ। 10 ਦਿਨ ਕਾਰੋਬਾਰ, ਮਹੀਨਾ ਨਹੀਂ ਚੱਲਿਆ, ਕਹਿੰਦਾ ਕੋਈ ਗੱਲ ਨਹੀਂ, ਬੜਾ ਧਨ ਹੈ। ਇਸੇ ਤਰ੍ਹਾਂ ਭਾਈ ਜਿਹਦੇ ਕੋਲ ਨਾਮ ਆ ਗਿਆ ਉਹਨੂੰ ਵੀ ਡਰਨ ਦੀ ਲੋੜ ਨਹੀਂ ਰਹਿੰਦੀ। ਉਹ ਕਹਿੰਦੇ ਕੋਈ ਗੱਲ ਨਹੀਂ, ਜੋ ਮਰਜ਼ੀ ਹੋ, ਆਪਾਂ ਨੂੰ ਜਮਾਂ ਤੋਂ ਡਰਨ ਦੀ ਕੀ ਲੋੜ ਹੈ। ਆਪਾਂ ਵੇਖਦੇ ਹਾਂ ਪੁਲਿਸ ਦਾ ਨਾਕਾ ਲੱਗਾ ਹੋਵੇ, ਡਰਦੇ ਕੌਣ ਨੇ? ਜਿਨ੍ਹਾਂ ਦੇ ਕੋਲ ਨਸ਼ਾ ਹੈ ਜਾਂ ਕੋਈ ਮਾੜੀ ਚੀਜ਼ ਹੈ ਜਾਂ ਕਿਸੇ ਨੇ ਕਤਲ ਕੀਤਾ, ਕੋਈ ਮਾੜਾ ਕਰਮ ਕੀਤਾ, ਉਹ ਡਰਦਾ ਹੈ। ਜਿਹੜਾ ਬੰਦਾ ਸਹੀ ਹੈ ਉਹ ਕਹਿੰਦਾ ਡਰਨ ਦੀ ਕੀ ਲੋੜ ਹੈ। ਨਾਲ ਜਿਹਦੇ ਕੋਲ ਪਾਵਰ ਹੋਵੇ ਉਹ ਕਹਿੰਦਾ ਆਪਾਂ ਨੂੰ ਕੀ ਡਰਨ ਦੀ ਲੋੜ ਹੈ, ਬੈਠੀ ਹੈ ਪੁਲਿਸ ਬੈਠੀ ਰਹੇ। ਇਸੇ ਤਰ੍ਹਾਂ ਜਮਾਂ ਤੋਂ ਵੀ ਡਰ ਨਹੀਂ ਲੱਗਦਾ। ਗੁਰਮੁਖ ਜਨਮ ਮਰਨ ਦੇ ਡਰ ਤੋਂ ਵੀ ਨਿਰਲੇਪ ਹੋ ਜਾਂਦੇ ਨੇ, ਕਿਉਂਕਿ ਵਾਹਿਗੁਰੂ ਨਾਲ ਹੈ। ਦੁਕਾਲੰਗ ਪ੍ਰਣਾਸੀ ਦਿਆਲੰਗ ਸਰੂਪੇ, ਸਦਾ ਅੰਗ ਸੰਗੇ ਅਭੰਗੰਗ ਬਭੂਤੇ। ਇਸ ਤਰ੍ਹਾਂ ਸਾਹਿਬ ਸੱਚੇ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਪਾਵਨ ਬਾਣੀ ਦੇ ਦੁਆਰਾ ਉਪਦੇਸ਼ ਬਖਸ਼ਿਆ ਹੈ। ਸੋ ਸਤਿਗੁਰੂ ਦੇ ਬਚਨਾਂ ਨੂੰ ਕਮਾਈਏ, ਬਾਣੀ ਦੇ ਨਾਲ ਜੁੜੀਏ। ਕੇਵਲ ਆਪਾਂ ਨੂੰ ਸੁੱਖ ਦੇ ਸਕਦਾ ਹੈ ਗੁਰੂ ਦਾ ਸ਼ਬਦ, ਗੁਰੂ ਦਾ ਮੰਤਰ, ਗੁਰੂ ਦੀ ਬਾਣੀ। ਇਸ ਕਰਕੇ ਜੇ ਚਾਹੁੰਦੇ ਹਾਂ ਸਾਡੇ ਘਰ ਵਿੱਚ, ਪਰਿਵਾਰ ਵਿੱਚ ਸੁੱਖ ਆਵੇ ਤਾਂ ਗੁਰੂ ਦੀ ਮੱਤ ਲੈ ਕੇ ਨਾਮ ਜਪੀਏ। ਹੋਈਆਂ ਭੁੱਲਾਂ ਦੀ ਖਿਮਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।